So, students, today we are going to begin with a new chapter, chapter number 21, neural control and coordination, right? ਸੋ ਬੇਟਾ ਸਾਡੀ ਬਾਡੀ ਦੇ ਵਿੱਚ ਜਿੰਨੇ ਵੀ ਸਾਡੇ ਔਰਗਨਸ ਨੇ ਜਾਂ ਜਿੰਨੇ ਵੀ ਔਰਗਨ ਸਿਸਟਮ ਨੇ ਉਹਨਾਂ ਨੂੰ ਇੱਕ ਕੋਆਰਡੀਨੇਟਡ ਤਰੀਕੇ ਨਾਲ ਚੱਲਣਾ ਪੈਂਦਾ ਹੈ ਰਾਈਟ। ਉਹਨਾਂ ਨੂੰ ਤਾਲਮੇਲ ਬਣਾ ਕੇ ਚੱਲਣਾ ਪੈਂਦਾ ਹੈ। ਬਿਕੋਜ਼ ਅਗਰ ਅਸੀਂ ਕਹਿੰਦੇ ਹਾਂ, ਅਸੀਂ ਸਪੋਜ਼ ਕਿਸੇ ਗਰਮ ਚੀਜ਼ ਨੂੰ ਹੱਥ ਲਗਾਉਂਦੇ ਹਾਂ ਔਰ 1 ਸੈਕਿੰਡ ਤੋਂ ਵੀ ਘੱਟ ਟਾਈਮ ਦੇ ਵਿੱਚ ਅਗਰ ਅਸੀਂ ਆਪਣਾ ਹੈਂਡ ਪਿੱਛੇ ਕਰਦੇ ਹਾਂ, ਉਹ ਸਾਰੀ ਜਿਹੜੀ ਪ੍ਰੋਸੈਸਿੰਗ ਹੈ, ਸਿਗਨਲ ਕਿਵੇਂ ਜਾਂਦਾ ਹੈ ਬ੍ਰੇਨ ਜਾਂ ਸਪਾਈਨਲ ਕਾਰਡ ਤੱਕ, ਬ੍ਰੇਨ ਜਾਂ ਸਪਾਈਨਲ ਕਾਰਡ ਉਸ ਚੀਜ਼ ਨੂੰ ਸਮਝ ਕੇ ਉਹਦਾ ਰਿਸਪੌਂਸ ਕਰਕੇ ਕਿਵੇਂ ਸਿਗਨਲ ਵਾਪਸ ਭੇਜਦੇ ਹੈ, ਉਹ ਸਾਰਾ ਜਿਹੜਾ ਪ੍ਰੋਸੈਸ ਹੈ ਉਹ ਬਹੁਤ ਸ਼ਾਰਟ ਟਾਈਮ 'ਚ ਚੱਲਦਾ, ਬਹੁਤ ਫਾਸਟ ਹੈ ਅਤੇ ਸਾਰੇ ਪ੍ਰੋਸੈਸ ਨੂੰ ਕੋਆਰਡੀਨੇਟਡ ਤਰੀਕੇ ਨਾਲ ਚੱਲਣਾ ਪੈਂਦਾ ਟੂ ਮੇਨਟੇਨ ਹੋਮਿਓਸਟੈਸਿਸ। ਕਿਉਂਕਿ ਸਾਡੀ ਬਾਡੀ ਦਾ ਆਪਣਾ ਇੱਕ ਇੰਟਰਨਲ ਇਨਵਾਇਰਮੈਂਟ ਹੈ ਜਿਹਨੂੰ ਮੇਨਟੇਨ ਕਰਨਾ ਜ਼ਰੂਰੀ ਹੈ ਰਾਈਟ। ਸੋ ਕਿਉਂਕਿ ਸਾਡੇ ਅੰਦਰ ਇੱਕ ਅਲੱਗ ਇਨਵਾਇਰਮੈਂਟ ਹੈ, ਸਾਡੀ ਬਾਡੀ ਦੇ ਬਾਹਰ ਇੱਕ ਅਲੱਗ ਇਨਵਾਇਰਮੈਂਟ ਹੈ, ਸਾਨੂੰ ਆਪਣੇ ਅੰਦਰ ਦੇ ਇਨਵਾਇਰਮੈਂਟ ਨੂੰ ਮੇਨਟੇਨ ਕਰਨਾ ਪੈਂਦਾ ਐਂਡ ਫॉर दैट ਸਾਡੇ ਡਿਫਰੈਂਟ ਔਰਗਨਸ ਨੂੰ ਅਲੱਗ-ਅਲੱਗ ਜਿੰਨੇ ਵੀ ਪ੍ਰੋਸੈਸਿਸ ਨੇ ਉਹਨਾਂ ਨੂੰ ਔਰਗਨ ਸਿਸਟਮਸ ਨੂੰ ਇੱਕ ਕੋਆਰਡੀਨੇਟਡ ਮੈਨਰ ਨਾਲ ਚੱਲਣਾ ਪੈਂਦਾ ਰਾਈਟ। ਮਤਲਬ ਹੁੰਦਾ ਕੀ ਹੈ, ਜਿਵੇਂ ਸਾਡੀ ਬਾਡੀ ਦੇ ਕੋਈ 2 ਜਾਂ 2 ਤੋਂ ਵੱਧ ਔਰਗਨ ਜਿਹੜੇ ਇੱਕੋ ਜਿਹੇ ਪ੍ਰੋਸੈਸ ਲਈ ਕੰਮ ਕਰ ਰਹੇ ਹੈ, ਠੀਕ ਹੈ, ਉਹਨਾਂ ਨੂੰ ਆਪਸ 'ਚ ਇੱਕ ਦੂਜੇ ਨਾਲ ਕੋਆਰਡੀਨੇਟ ਕਰਨਾ ਪੈਂਦਾ। ਸਪੋਜ਼ ਅਸੀਂ ਫੁੱਲ ਚੈਪਟਰ ਅਸੀਂ ਪੜ੍ਹ ਕੇ ਆਏ ਹਾਂ ਬੇਟਾ ਬਾਡੀ ਫਲੂਇਡਸ ਐਂਡ ਸਰਕੂਲੇਸ਼ਨ ਵਾਲਾ, ਅਸੀਂ ਉਹ 'ਚ ਪੜ੍ਹਦੇ ਹਾਂ ਕਿ ਬਲੱਡ ਜਿਹੜਾ ਡਿਫਰੈਂਟ ਬਾਡੀ ਪਾਰਟਸ ਤੋਂ ਹਾਰਟ ਵਿੱਚ ਆਉਂਦਾ, ਹਾਰਟ ਤੋਂ ਲੰਗਸ ਵਿੱਚ ਜਾਂਦਾ, ਆਕਸੀਜਨੇਟ ਹੋਣ, ਲੰਗਸ ਤੋਂ ਵਾਪਿਸ ਆਉਂਦਾ ਹਾਰਟ ਵਿੱਚ ਐਂਡ ਹਾਰਟ ਟੂ ਡਿਫਰੈਂਟ ਪਾਰਟ ਆਫ ਦਾ ਬਾਡੀ ਜਾਂਦਾ, ਹਾਰਟ ਉਹਨੂੰ ਪੰਪ ਕਰਕੇ ਡਿਫਰੈਂਟ ਪਾਰਟਸ ਆਫ ਬਾਡੀ ਤੱਕ ਪਹੁੰਚਾਉਂਦਾ। ਇਹ ਸਾਰਾ ਪ੍ਰੋਸੈਸ ਹਾਰਟ, ਲੰਗਸ, ਡਿਫਰੈਂਟ ਪਾਰਟ ਆਫ ਬਾਡੀ, ਇਹ ਸਭ ਨੂੰ ਕੋਆਰਡੀਨੇਸ਼ਨ ਨਾਲ ਚੱਲਣਾ ਪੈਂਦਾ। ਕਿਉਂ? ਅਗਰ ਕੋਆਰਡੀਨੇਸ਼ਨ ਨਾਲ ਨਹੀਂ ਚੱਲਣਗੇ, ਇੱਕ ਵੀ ਔਰਗਨ ਦੇ ਵਿੱਚ ਕੋਈ ਪ੍ਰੋਸੈਸ ਮਿਸ ਹੋ ਗਿਆ ਜਾਂ ਕੋਈ ਸਟੈਪ ਮਿਸ ਹੋ ਗਿਆ, ਸਾਰਾ ਸਿਸਟਮ ਖਰਾਬ ਹੋ ਜਾਏਗਾ, ਠੀਕ ਹੈ। ਜਿਵੇਂ ਇੱਕ ਹੋਰ ਐਗਜ਼ਾਮਪਲ ਹੈ, ਸਪੋਜ਼ ਅਸੀਂ ਐਕਸਰਸਾਈਜ਼ ਕਰ ਰਹੇ ਹਾਂ, ਅਸੀਂ ਰਿਗਰਸ ਐਕਸਰਸਾਈਜ਼ ਕਰ ਰਹੇ ਹਾਂ। ਹੁਣ ਜੇ ਅਸੀਂ ਐਕਸਰਸਾਈਜ਼ ਕਰਾਂਗੇ, ਸਾਡੀ ਬਾਡੀ ਨੂੰ ਕੀ ਚਾਹੀਦੀ ਹੈ? ਵੱਧ ਤੋਂ ਵੱਧ ਐਨਰਜੀ। ਹੁਣ ਐਨਰਜੀ ਸਾਨੂੰ ਵੱਧ ਦੇਣ ਲਈ ਤੁਹਾਨੂੰ ਇੰਨਾ ਪਤਾ ਹੈ ਨਾ ਕਿ ਸਾਨੂੰ ਜਦੋਂ ਵੀ ਸਾਨੂੰ ਐਨਰਜੀ ਚਾਹੀਦੀ, ਸਾਡਾ ਫੂਡ ਜਿਹੜਾ ਆਕਸੀਡਾਈਜ਼ ਹੁੰਦਾ, ਆਕਸੀਡੇਸ਼ਨ ਆਫ ਫੂਡ ਤੋਂ ਬਾਅਦ ਐਨਰਜੀ ਪੈਦਾ ਹੁੰਦੀ, ਉਹ ਐਨਰਜੀ ਜਿਹੜੀ ਹੈ ਉਹ ਸਾਡੀ ਬਾਡੀ ਦੇ ਡਿਫਰੈਂਟ ਪ੍ਰੋਸੈਸਿਸ ਲਈ ਯੂਜ਼ ਹੁੰਦੀ ਹੈ। ਹੁਣ ਫੂਡ ਨੂੰ ਆਕਸੀਡਾਈਜ਼ ਕਰਨ ਲਈ ਕੀ ਚਾਹੀਦੀ? ਆਕਸੀਜਨ। ਆਕਸੀਜਨ ਕਿੱਥੋਂ ਵੱਧ ਤੋਂ ਵੱਧ ਆਏਗੀ? ਜਦੋਂ ਅਸੀਂ ਰੈਸਪੀਰੇਸ਼ਨ ਵੱਧ ਕਰਾਂਗੇ, ਸਾਡਾ ਹਾਰਟ ਵੱਧ ਵਾਰੀ ਫਲੋ ਬੀਟ ਕਰੇਗਾ ਰਾਈਟ। ਸੋ ਕਰਨੀ ਤੁਸੀਂ ਐਕਸਰਸਾਈਜ਼ ਹੈ, ਬਟ ਉਹਦੇ ਨਾਲ ਕਿੰਨੇ ਔਰਗਨਸ ਇਨਵੋਲਵ ਹੋ ਗਏ। ਤੁਹਾਨੂੰ ਐਨਰਜੀ ਵੱਧ ਚਾਹੀਦੀ ਹੈ, ਤੁਹਾਨੂੰ ਆਕਸੀਜਨ ਵੱਧ ਚਾਹੀਦੀ ਹੈ, ਉਹਦੇ ਲਈ ਤੁਹਾਡੀ ਰੇਟ ਆਫ ਰੈਸਪੀਰੇਸ਼ਨ ਵੱਧ ਹੋਣੀ ਚਾਹੀਦੀ ਹੈ, ਹਾਰਟ ਨੂੰ ਪੰਪ ਵੱਧ ਵਾਰੀ ਕਰਨਾ ਪੈਣਾ। ਸੋ ਸਾਰੇ ਔਰਗਨਸ ਜਿਹੜੇ ਨੇ ਉਹ ਕੋਆਰਡੀਨੇਟਡ ਮੈਨਰ ਦੇ ਨਾਲ ਚੱਲਦੇ ਨੇ, ਤਾਂ ਹੀ ਸਾਡੀ ਬਾਡੀ ਦਾ ਪੂਰਾ ਸਿਸਟਮ ਸਹੀ ਤਰੀਕੇ ਨਾਲ ਚੱਲਦਾ। ਸੋ ਠੀਕ ਹੈ। ਸੋ ਬੇਟਾ ਇਸ ਤੋਂ ਬਾਅਦ ਜਿਹੜਾ ਅਸੀਂ ਟੌਪਿਕ ਸਟਾਰਟ ਕਰਨਾ, ਉਹ ਟੌਪਿਕ ਹੈ ਸਾਡੇ ਕੋਲ ਨਿਊਰਲ ਸਿਸਟਮ ਔਰ ਨਰਵਸ ਸਿਸਟਮ। ਅਸੀਂ ਬੇਸਿਕਲੀ ਜਿਹੜੀ ਚੀਜ਼ ਡਿਟੇਲ ਦੇ ਵਿੱਚ ਡਿਸਕਸ ਕਰਨੀ ਹੈ ਸਟੂਡੈਂਟਸ, ਉਹ ਹੈ ਹਿਊਮਨ ਨਰਵਸ ਸਿਸਟਮ ਔਰ ਹਿਊਮਨ ਨਿਊਰਲ ਸਿਸਟਮ, ਠੀਕ ਹੈ। ਅਸੀਂ ਸਟਾਰਟ ਕਰਦੇ ਹਾਂ ਵਿਦ ਹਿਊਮਨ ਨਰਵਸ ਸਿਸਟਮ ਔਰ ਨਿਊਰਲ ਸਿਸਟਮ। ਬਿਫੋਰ ਦੈਟ ਜਨਰਲੀ ਵਾਟ ਇਜ਼ ਨਰਵਸ ਸਿਸਟਮ? ਨਰਵਸ ਸਿਸਟਮ ਜਿਹੜਾ ਹੈ ਸਾਡਾ, ਉਹ ਬੇਸਿਕਲੀ ਕੁਛ ਸਪੈਸ਼ਲ ਤਰ੍ਹਾਂ ਦੇ ਸੈੱਲਸ ਨੂੰ ਮਿਲ ਕੇ ਬਣਿਆ, ਹਾਈਲੀ ਸਪੈਸ਼ਲਾਈਜ਼ ਸੈੱਲ ਤੋਂ ਮਿਲ ਕੇ ਬਣਦਾ। ਦੈਟ ਸੈੱਲਸ ਆਰ ਕਾਲਡ ਐਜ਼ ਨਿਊਰੋਨਸ। ਈਵਨ ਸਾਡੀ ਬਾਡੀ 'ਚ ਵੀ ਕੀ ਹੁੰਦੇ ਨੇ? ਨਿਊਰੋਨਸ, ਜਿਹੜੇ ਕਿਸੇ ਵੀ ਤਰ੍ਹਾਂ ਦੇ ਸਟਿਮੁਲਾਏ ਨੂੰ ਜਿਹੜਾ ਕੋਈ, ਜਿਵੇਂ ਸਪੋਜ਼ ਗਰਮ ਚੀਜ਼ ਹੈ, ਦੈਟ ਇਜ਼ ਆਲਸੋ ਸਟਿਮੂਲਸ। ਅਸੀਂ ਹੱਥ ਰੱਖਦੇ ਹਾਂ, ਹੱਥ ਪਿੱਛੇ ਚੱਕ ਲੈਂਦੇ ਹਾਂ। ਸੋ ਕੋਈ ਵੀ ਤਰ੍ਹਾਂ ਦਾ ਜਿਹੜਾ ਸਟਿਮੂਲਸ ਹੈ ਉਹ ਮਤਲਬ ਜਿਵੇਂ ਸਪੋਜ਼ ਸਾਡੀ ਬਾਡੀ ਨੂੰ ਸਟਿਮੂਲਾਈ ਮਿਲਿਆ, ਤਾਂ ਉਸ ਚੀਜ਼ ਨੂੰ ਡਿਟੈਕਟ ਕਰਨਾ, ਰਿਸੀਵ ਕਰਨਾ ਅਤੇ ਟਰਾਂਸਮਿਟ ਕਰਨਾ, ਉਹ ਜਿਹੜਾ ਹੈ ਸਾਡੇ ਨਿਊਰੋਨਸ ਦਾ ਕੰਮ ਹੈ। ਔਰ ਨਿਊਰੋਨਸ ਹੀ ਨੇ ਜਿਹੜਾ ਯੂ ਕੈਨ ਸੇ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਨਰਵਸ ਸਿਸਟਮ ਰਾਈਟ। ਅਸੀਂ ਅਗਰ ਬੱਚੇ ਲੋਅਰ ਇਨਵਰਟੀਬ੍ਰੇਟਸ ਦੀ ਗੱਲ ਕਰੀਏ, ਲੋਅਰ ਇਨਵਰਟੀਬ੍ਰੇਟਸ, ਉਹਨਾਂ ਦੇ ਵਿੱਚ ਨਰਵਸ ਸਿਸਟਮ ਬਹੁਤ ਸਿੰਪਲ ਹੁੰਦਾ। ਫੋਰ ਐਗਜ਼ਾਮਪਲ ਅਸੀਂ ਹਾਈਡਰਾ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਕੁਛ ਗਰੁੱਪ ਆਫ ਨਿਊਰੋਨਸ ਹੁੰਦੇ ਨੇ ਜਿਹੜੇ ਮਿਲ ਕੇ ਨਰਵਸ ਸਿਸਟਮ ਬਣਾਉਂਦੇ, ਠੀਕ ਹੈ। ਅਗਰ ਅਸੀਂ ਇਨਸੈਕਟ 'ਤੇ ਆ ਜਾਈਏ, ਇਨਸੈਕਟਸ ਦੇ ਵਿੱਚ ਬ੍ਰੇਨ ਹੁੰਦਾ, ਠੀਕ ਹੈ। ਜਿਵੇਂ ਅਸੀਂ ਲੋਅਰ ਇਨਵਰਟੀਬ੍ਰੇਟਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੁਛ ਨਿਊਰੋਨਸ ਦਾ ਨੈਟਵਰਕ ਮਿਲ ਕੇ ਨਰਵਸ ਸਿਸਟਮ ਕੰਪਲੀਟ ਬਣਾ ਦਿੰਦਾ। ਬਟ ਅਗਰ ਅਸੀਂ ਕੁਛ ਹੋਰ ਹਾਇਰ ਔਰਗੈਨਿਜ਼ਮ ਦੀ ਇਨਸੈਕਟ 'ਤੇ ਆ ਜਾਈਏ, ਉਹਨਾਂ 'ਚ ਬ੍ਰੇਨ ਵੀ ਹੈ। ਸੋ
ਜੇ ਅਸੀਂ ਓਵਰਆਲ ਵਰਟੀਬ੍ਰੇਟਸ ਦੀ ਗੱਲ ਕਰੀਏ ਤਾਂ ਵਰਟੀਬ੍ਰੇਟਸ ਦੇ ਕੇਸ ਦੇ ਵਿੱਚ ਵੈਲ ਡਿਵੈਲਪਡ ਨਰਵਸ ਸਿਸਟਮ ਇਜ਼ ਦੇਅਰ, ਰਾਈਟ। ਸੋ ਅਸੀਂ ਸਾਰਿਆਂ ਦਾ ਨਰਵਸ ਸਿਸਟਮ ਨਹੀਂ, ਲੇਕਿਨ ਸਾਡਾ ਜਿਹੜੇ, ਕਿਉਂਕਿ ਸਾਡਾ ਯੂਨਿਟ ਹਿਊਮਨ ਫਿਜ਼ੀਓਲੋਜੀ ਚੱਲ ਰਹੀ ਹੈ, ਤਾਂ ਅਸੀਂ ਮੇਨਲੀ ਹਿਊਮਨ ਦਾ ਜਿਹੜਾ ਨਰਵਸ ਸਿਸਟਮ ਹੈ ਸਟੂਡੈਂਟਸ, ਉਹ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਨਾ। ਅਸੀਂ ਡਿਸਕਸ ਕਰਾਂਗੇ ਜਿਹੜਾ ਹਿਊਮਨ ਦਾ ਨਰਵਸ ਸਿਸਟਮ ਹੈ ਉਹਦੀਆਂ ਕੀ ਟਾਈਪਸ ਨੇ, ਕਿਹੜੇ ਤਰ੍ਹਾਂ ਦੇ ਨਿਊਰੋਨਸ ਪ੍ਰੈਜ਼ੈਂਟ ਨੇ, ਕਿਹੜੀ ਤਰ੍ਹਾਂ ਦੀਆਂ ਨਰਵਸ ਪ੍ਰੈਜ਼ੈਂਟ ਨੇ ਸਾਡੀ ਬਾਡੀ ਦੇ ਵਿੱਚ, ਵੀਲ ਡਿਸਕਸ ਸਟੈਪ ਬਾਈ ਸਟੈਪ, ਰਾਈਟ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬੇਟਾ ਨਰਵਸ ਸਿਸਟਮ ਜਿਹੜਾ ਹਿਊਮਨ ਦਾ। ਸਾਡਾ ਜਿਹੜਾ ਨਰਵਸ ਸਿਸਟਮ ਹੈ ਬੇਸਿਕਲੀ ਅਗਰ ਅਸੀਂ ਉਹਨੂੰ ਬਰੋਡ ਕੈਟੇਗਰੀ 'ਚ ਡਿਵਾਈਡ ਕਰੀਏ ਤਾਂ ਇਟ ਇਜ਼ ਆਫ ਟੂ ਟਾਈਪਸ, ਸੈਂਟਰਲ ਨਰਵਸ ਸਿਸਟਮ ਐਂਡ ਪੈਰੀਫਰਲ ਨਰਵਸ ਸਿਸਟਮ। ਇਹਨੂੰ ਇਨ ਸ਼ਾਰਟ CNS ਅਤੇ PNS ਵੀ ਕਹਿੰਦੇ। ਅਗਰ ਚੈਪਟਰ 'ਚ ਅੱਗੇ ਪ੍ਰੋਸੀਡ ਕਰਦੇ ਕਰਦੇ ਮੈਂ CNS ਬੋਲਦੀ ਹਾਂ ਤਾਂ ਇਟ ਇਜ਼ ਵੈਲ ਅੰਡਰਸਟੂਡ ਦੈਟ ਆਈ ਐਮ ਟਾਕਿੰਗ ਅਬਾਊਟ ਸੈਂਟਰਲ ਨਰਵਸ ਸਿਸਟਮ। ਦੈਨ PNS ਪੈਰੀਫੈਰਲ ਨਰਵਸ ਸਿਸਟਮ। ਹੁੰਦੇ ਕੀ ਨੇ? ਤੁਹਾਡਾ ਬ੍ਰੇਨ ਅਤੇ ਸਪਾਈਨਲ ਕੌਰਡ, ਤੁਹਾਡਾ ਬ੍ਰੇਨ ਅਤੇ ਸਪਾਈਨਲ ਕੌਰਡ ਦੋਨੋਂ ਮਿਲ ਕੇ ਕਿਹੜਾ ਨਰਵਸ ਸਿਸਟਮ ਬਣਾਉਂਦੇ ਨੇ? ਸੈਂਟਰਲ ਨਰਵਸ ਸਿਸਟਮ। ਮੇਨ ਜਿਹੜਾ ਇੱਕ ਤੁਸੀਂ ਕਹਿ ਲਓ ਤੁਹਾਡਾ ਬਾਡੀ ਦਾ ਜਿਹੜੇ ਸਾਰੇ ਫੰਕਸ਼ਨਸ ਚੱਲਣੇ ਨੇ ਉਹਦੇ ਲਈ ਇਹ ਦੋਨੋਂ ਸੈਂਟਰ ਨੇ ਜਿਨ੍ਹਾਂ ਤੋਂ ਸਾਰੇ ਸਿਗਨਲ ਆਉਣੇ ਹੈ, ਰਾਈਟ। ਸੈਂਟਰਲ ਨਰਵਸ ਸਿਸਟਮ ਇੰਪੋਰਟੈਂਟ। ਦੈਨ ਪੈਰੀਫੈਰਲ ਨਰਵਸ ਸਿਸਟਮ। ਹੁਣ ਸੈਂਟਰਲ ਨਰਵਸ ਸਿਸਟਮ ਤੋਂ ਤੁਹਾਡੇ ਔਰਗਨ ਤੱਕ ਅਗਰ ਕੋਈ ਸਿਗਨਲ ਆਉਣਾ ਤਾਂ ਕੋਈ ਨਾ ਕੋਈ ਨਰਵ ਲੈ ਕੇ ਆਏਗੀ ਨਾ। ਸੋ ਦੋਜ਼ ਨਰਵਸ ਕੌਨਸਟੀਟਿਊਟ ਪੈਰੀਫਰਲ ਨਰਵਸ ਸਿਸਟਮ। ਬ੍ਰੇਨ ਤੋਂ ਆਉਣ ਵਾਲੀਆਂ ਨਰਵਸ ਕਰੇਨੀਅਲ ਨਰਵ, ਸਪਾਈਨਲ ਕਾਰਡ ਤੋਂ ਆਉਣ ਵਾਲੀਆਂ ਨਰਵਸ ਸਪਾਈਨਲ ਨਰਵਸ। ਸੋ ਇਹ ਜਿਹੜੀਆਂ ਨਰਵਸ ਨੇ ਇਹ ਸਿਗਨਲ ਲੈ ਕੇ ਆਉਂਦੀਆਂ ਨੇ ਜਾਂ ਲੈ ਕੇ ਜਾਂਦੀਆਂ ਨੇ ਫਰੋਮ ਔਰਗਨ ਟੂ ਬ੍ਰੇਨ, ਵਾਪਸੀ ਬ੍ਰੇਨ ਟੂ ਔਰਗਨ। ਸੋ ਉਹ ਜਿਹੜੀ ਨਰਵਸ ਨੇ, all the nerves whether they are cranial nerve, spinal nerve, they all constitute peripheral nervous system, right? Okay, next ਜਿਹੜੀਆਂ ਅਸੀਂ ਪੈਰੀਫੈਰਲ ਨਰਵਸ ਸਿਸਟਮ ਹੁਣੇ ਪੜ੍ਹਿਆ ਉਹਦੇ ਜਿਹੜੀਆਂ ਅਸੀਂ ਨਰਵਸ ਦਾ ਜ਼ਿਕਰ ਕੀਤਾ ਹੈ। ਬੇਸਿਕਲੀ ਨਰਵਸ ਮੋਟੀਆਂ ਮੋਟੀਆਂ ਤਾਂ ਦੋ ਕੈਟੇਗਰੀ ਦੀਆਂ, ਬਟ ਇੱਕ ਹੋਰ ਕੈਟੇਗਰੀ ਹੁੰਦੀ ਹੈ ਮਿਕਸਡ ਨਰਵਸ। ਏਫਰੈਂਟ ਨਰਵਸ, ਈਫਰੈਂਟ ਨਰਵਸ ਐਂਡ ਮਿਕਸ ਨਰਵਸ। ਏਫਰੈਂਟ ਨੂੰ ਅਸੀਂ ਸੈਂਸਰੀ ਨਰਵਸ ਵੀ ਕਹਿੰਦੇ ਹਾਂ, ਸੈਂਸਰੀ ਨਰਵ ਫਾਈਬਰਸ ਵੀ ਕਹਿੰਦੇ ਹਾਂ। ਈਫਰੈਂਟ ਫਾਈਬਰ ਉਹਨੂੰ ਅਸੀਂ ਆਮ ਸੌਰੀ ਇੱਥੇ ਮੈਂ ਗਲਤ ਲਿਖਿਆ ਹੋਇਆ, ਹੇਅਰ ਇਟ ਇਜ਼ ਨਾਟ ਸੈਂਸਰੀ, ਇਟ ਇਜ਼ ਮੋਟਰ, ਰਾਈਟ। ਸੋ ਸੈਂਸਰੀ ਹੁੰਦੀਆਂ ਏਫਰੈਂਟ, ਈਫਰੈਂਟ ਹੁੰਦੀਆਂ, ਈਫਰੈਂਟ ਨੂੰ ਅਸੀਂ ਬੋਲਦੇ ਹਾਂ ਮੋਟਰ ਨਰਵਸ ਔਰ ਮੋਟਰ ਨਰਵ ਫਾਈਬਰਸ। ਹੇਅਰ ਇਟ ਇਜ਼ ਨਾਟ ਸੈਂਸਰੀ, ਇਟ ਇਜ਼ ਮੋਟਰ, ਰਾਈਟ। ਸੋ ਏਫਰੈਂਟ ਜਿਹੜਾ ਹੈ ਉਹਨਾਂ ਨੂੰ ਅਸੀਂ ਸੈਂਸਰੀ ਨਰਵਸ ਕਹਿੰਦੇ ਹਾਂ, ਈਫਰੈਂਟ ਨੂੰ ਮੋਟਰ ਐਂਡ ਇੱਕ ਹੁੰਦੀ ਹੈ ਮਿਕਸ ਨਰਵਸ। ਆਪਾਂ ਇਹਨਾਂ ਦੀ ਡੈਫੀਨੇਸ਼ਨ ਕਰਦੇ ਹਾਂ। ਸੋ ਏਫਰੈਂਟ ਔਰ ਸੈਂਸਰੀ ਨਰਵ ਫਾਈਬਰਸ ਕੀ ਹੁੰਦੇ ਨੇ? ਇਕੱਲਾ ਫਾਈਬਰਸ ਵੀ ਬੋਲ ਸਕਦੇ ਹੋ। ਤੁਹਾਡੇ ਸੈਂਸਰੀ ਔਰਗਨ ਤੋਂ ਲੈ ਕੇ ਬ੍ਰੇਨ ਤੱਕ ਜਿਹੜੀਆਂ ਨਰਵਸ ਸਿਗਨਲ ਲੈ ਕੇ ਜਾਂਦੀਆਂ ਨੇ ਜਾਂ ਜਿਹੜੇ ਫਾਈਬਰ ਸਿਗਨਲ ਲੈ ਕੇ ਜਾਂਦੇ ਨੇ ਦੇ ਆਰ ਏਫਰੈਂਟ। ਸਪੋਜ਼ ਮੈਂ ਗਰਮ ਚੀਜ਼ ਨੂੰ ਹੱਥ ਲਗਾਇਆ, ਇੱਥੇ ਜਿਹੜੇ ਤੁਹਾਡੇ ਰਿਸੈਪਟਰਸ ਨੇ ਔਰ ਯੂ ਕੈਨ ਸੇ ਜਿਹੜੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਸੈਂਸ ਕਰਦੇ ਨੇ ਕਿਸੇ ਵੀ ਚੀਜ਼ ਨੂੰ, ਉਹਨਾਂ ਨੇ ਸਿਗਨਲ ਨੂੰ ਰਿਸੀਵ ਕੀਤਾ। ਏਫਰੈਂਟ ਔਰ ਸੈਂਸਰੀ ਜਿਹੜੇ ਫਾਈਬਰਸ ਨੇ ਇਹਨਾਂ ਨੇ ਸਿਗਨਲ ਲੈ ਕੇ ਗਏ ਫਰੋਮ ਸੈਂਸਰੀ ਔਰਗਨ ਟੂ ਬ੍ਰੇਨ। ਹੁਣ ਜਿਵੇਂ ਸੈਂਸਰੀ ਔਰਗਨ ਤੁਹਾਡੀ ਬਾਡੀ ਦਾ ਕਿਹੜਾ ਹੋ ਸਕਦਾ? ਜਿਵੇਂ ਨੋਜ਼ ਇੱਕ ਸੈਂਸਰੀ ਔਰਗਨ ਹੈ, ਉੱਥੇ ਰਿਸੈਪਟਰਸ ਹੁੰਦੇ ਨੇ ਜਿਹੜੇ ਸਿਗਨਲ ਨੂੰ ਰਿਸੀਵ ਕਰਦੇ ਨੇ। ਈਅਰਸ ਨੇ, ਆਈਜ਼ ਨੇ, ਟੰਗ ਹੈ। ਅਸੀਂ ਕੋਈ ਕੜਵੀ ਚੀਜ਼ ਸਪੋਜ਼ ਟੰਗ 'ਤੇ ਰੱਖੀ ਤਾਂ ਤੁਹਾਨੂੰ ਕਿੱਦਾਂ ਪਤਾ ਲੱਗਦਾ ਇਟ ਇਜ਼ ਬਿਟਰ? ਕਿਉਂਕਿ ਉਹ ਸਿਗਨਲ ਤੁਰੰਤ ਕਿੱਥੇ ਜਾਂਦਾ? ਬ੍ਰੇਨ ਤੱਕ, ਜਾਂ ਬ੍ਰੇਨ ਜਾਂ ਸਪਾਈਨਲ ਕਾਰਡ ਲੈ ਕੇ ਕੌਣ ਜਾਂਦਾ? ਏਫਰੈਂਟ ਫਾਈਬਰਸ ਔਰ ਏਫਰੈਂਟ ਨਰਵਸ। ਅਤੇ ਸਿਗਨਲ ਵਾਪਸ ਲੈ ਕੇ ਕੌਣ ਆਉਂਦਾ? ਜਦੋਂ ਬ੍ਰੇਨ 'ਚ ਪ੍ਰੋਸੈਸਿੰਗ ਚੱਲ ਗਈ, ਸਿਗਨਲ ਨੂੰ ਵਾਪਸ ਲੈ ਕੇ ਆਉਣਾ ਔਰਗਨ ਤੱਕ, ਉਹ ਕੌਣ ਲੈ ਕੇ ਆਉਂਦਾ? ਈਫਰੈਂਟ ਔਰ ਮੋਟਰ ਫਾਈਬਰਸ। ਈਫਰੈਂਟ ਨਰਵਸ ਔਰ ਮੋਟਰ ਨਰਵ ਫਾਈਬਰਸ, ਰਾਈਟ। ਇਹ ਬ੍ਰੇਨ ਜਾਂ ਸਪਾਈਨਲ ਕੋਰਡ ਤੋਂ ਸਿਗਨਲ ਵਾਪਸ ਲੈ ਕੇ ਜਾਂਦੀਆਂ ਟੂ ਦਾ ਟਿਸ਼ੂ ਔਰ ਔਰਗਨ। ਲੈਟ ਅਸ ਸਪੋਜ਼ ਅਸੀਂ ਕਿਸੇ ਗਰਮ ਚੀਜ਼ ਨੂੰ ਹੱਥ ਲਗਾਇਆ, ਸਾਡੇ ਸਕਿਨ ਦੇ ਜਿਹੜੇ ਰਿਸੈਪਟਰ ਨੇ ਉਹਨਾਂ ਨੇ ਸਿਗਨਲ ਰਿਸੀਵ ਕੀਤਾ। ਏਫਰੈਂਟ ਫਾਈਬਰ ਸਿਗਨਲ ਲੈ ਕੇ ਗਈ ਟੂ ਦਾ ਬ੍ਰੇਨ, ਬ੍ਰੇਨ 'ਚ ਪ੍ਰੋਸੈਸਿੰਗ ਚੱਲੀ, ਸਿਗਨਲ ਵਾਪਸ ਆਇਆ, ਕੌਣ ਲੈ ਕੇ ਆਇਆ? ਈਫਰੈਂਟ ਔਰ ਮੋਟਰ ਫਾਈਬਰ। ਕਿੱਥੋਂ ਤੱਕ? ਮੇਰੀਆਂ ਮਸਲ ਤੱਕ ਸਿਗਨਲ ਆ ਗਿਆ। ਮਸਲਸ ਨੂੰ ਸਿਗਨਲ ਮਿਲਿਆ ਕਿ ਅਸੀਂ ਹੱਥ ਨੂੰ ਪਿੱਛੇ ਚੱਕਣਾ, ਸੋ ਅਸੀਂ ਸਾਡਾ ਹੱਥ ਪਿੱਛੇ ਹੋ ਜਾਂਦਾ। ਸੋ ਇਹ ਹੈਗੀਆਂ ਏਫਰੈਂਟ ਅਤੇ ਈਫਰੈਂਟ ਫਾਈਬਰਸ। ਦੈਨ ਮਿਕਸਡ ਨਰਵਸ, ਜਿਹੜੀਆਂ ਨਰਵਸ ਦੋਨੋਂ ਕੰਮ ਕਰ ਸਕਦੀਆਂ, ਦੇ ਕੈਨ ਐਕਟ ਐਜ਼ ਬੋਥ ਸੈਂਸਰੀ ਐਂਡ ਮੋਟਰ ਨਰਵ, ਦੇ ਆਰ mixed nerves, right? So these are the different types of nerve fibers or simply nerves.
ओके दैन ਪੈਰੀਫੈਰਲ ਨਰਵਸ ਸਿਸਟਮ ਅਸੀਂ ਦੋ ਤਰ੍ਹਾਂ ਦਾ ਕੀਤਾ ਹੁਣ ਸੈਂਟਰਲ ਨਰਵਸ ਸਿਸਟਮ ਤੇ PNS ਪੈਰੀਫੈਰਲ ਇਟ ਇਜ਼ ਆਫ ਫਰਦਰ ਟੂ ਟਾਈਪਸ सोमैटिक नर्वस सिस्टम एंड ऑटोनॉमिक नर्वस सिस्टम जो सोमैटिक नर्वस सिस्टम है स्टूडेंट्स ये तुहाडे जिहड़े वॉलंटरी एक्शनस ने वो ये सिस्टम कंट्रोल करता वॉलंटरी एक्शन मीनस जिहड़े एक्शन तुहाडी विल च ने तुहाडी पावर च ने मैं चलना है मैं मूव करना है मेरा वॉलंटरी एक्शन है जो मैं नहीं चलना मैं नहीं चलना मैं बैठना है सो ਵੋਲੰਟਰੀ ਐਕਸ਼ਨਸ ਜਿਹੜੇ ਤੁਹਾਡੀ ਵਿਲ ਪਾਵਰ ਦੇ ਅੰਡਰ ਨੇ ਜਿਨ੍ਹਾਂ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਜਿਨ੍ਹਾਂ ਦਾ ਤੁਹਾਡੇ ਤੇ ਜਿਨ੍ਹਾਂ ਨੂੰ ਤੁਸੀਂ ਚਲਾ ਸਕਦੇ ਹੋ ਰੋਕ ਸਕਦੇ ਹੋ ਤੁਹਾਡੀ ਮਰਜ਼ੀ ਹੈ ਦੈਟ ਇਜ਼ ਵੋਲੰਟਰੀ ਐਕਸ਼ਨਸ ਐਂਡ ਤੁਹਾਨੂੰ ਪਤਾ ਹੀ ਹੈ ਵੋਲੰਟਰੀ ਜਿਹੜੇ ਮਸਲਸ ਹੁੰਦੇ ਨੇ ਸਕੈਲੇਟਲ ਮਸਲ ਹੁੰਦੇ ਨੇ ਜਿਹੜੇ ਤੁਹਾਡੀ ਵਿਲ ਪਾਵਰ ਦੇ ਨਾਲ ਕੰਟਰੈਕਟ ਕਰਦੇ ਨੇ ਮੀਨਸ ਤੁਸੀਂ ਚਾਹੋ ਸਪੋਜ਼ ਮੈਂ ਚੱਲਣਾ ਹੈ तो मैनू पता है ना मैं चलना है मैं आप ही चलांगी जो मैं रुकना है सो मैं कंट्रोल कर सकती हाँ सो किहड़ी मसल जुड़ियां ने स्कैलेटल मसल्स राइट सो ये वाले नर्वस सिस्टम नूं असीं बोलते हैं सोमैटिक नर्वस सिस्टम कमिंग टू ऑटोनॉमिक नर्वस सिस्टम ये इनवॉलंटरी मसल्स ਦੇ ਐਕਸ਼ਨਸ ਨੂੰ ਕੰਟਰੋਲ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਸਮੂਥ ਮਸਲਸ ਵੀ ਕਹਿੰਦੇ ਹਾਂ ਦੈਟ ਇਜ਼ ਆਟੋਨੋਮਿਕ ਨਰਵਸ ਸਿਸਟਮ ਜਿਹੜੇ ਐਕਸ਼ਨਸ ਤੁਹਾਡੇ ਕੰਟਰੋਲ 'ਚ ਨਹੀਂ ਹੈ ਦੈਟ ਇਜ਼ ਅੰਡਰ ਦਿਸ ਨਰਵਸ ਸਿਸਟਮ ਆਟੋਨੋਮਿਕ ਨਰਵਸ ਸਿਸਟਮ ਫਰਦਰ ਆਟੋਨੋਮਿਕ ਨਰਵਸ ਸਿਸਟਮ ਵੀ ਅੱਗੇ ਦੋ ਤਰ੍ਹਾਂ ਦਾ ਹੈ ਸਿੰਪੈਥੈਟਿਕ ਐਂਡ ਪੈਰਾਸਿੰਪੈਥੈਟਿਕ ਰਾਈਟ ਸਿੰਪੈਥੈਟਿਕ ਨਰਵਸ ਸਿਸਟਮ ਕਿਹੜਾ ਜਿਹੜਾ ਤੁਸੀਂ ਜਦੋਂ ਸਟ੍ਰੈਸ ਵਿੱਚ ਹੁੰਦੇ ਹੋ ਕੋਈ ਸਟ੍ਰੈਸਫੁਲ ਕੰਡੀਸ਼ਨ ਹੁੰਦੀ ਹੈ ਉਦੋਂ ਇਹ ਵਾਲਾ ਨਰਵਸ ਸਿਸਟਮ ਕੰਮ ਕਰਦਾ ਸਪੋਜ਼ ਤੁਸੀਂ ਡੌਗ ਦੇਖ ਲੈਣ ਤੁਸੀਂ ਬਹੁਤ ਜ਼ਿਆਦਾ ਡਰ ਗਏ ਉਹ ਹੁਣ ਸਟ੍ਰੈਸਫੁਲ ਕੰਡੀਸ਼ਨ ਚੱਲ ਪਈ ਸਿੰਪੈਥੈਟਿਕ ਨਰਵਸ ਸਿਸਟਮ ਉਸ ਸਮੇਂ ਕੰਮ ਕਰੇਗਾ ਔਰ ਉਹਦੇ ਲਈ ਜਿਹੜੀ ਹਾਰਮੋਨ ਹੈ ਜਿਹੜੀ ਉਸ ਸਮੇਂ 'ਤੇ ਇਸ ਚੀਜ਼ ਲਈ ਵਰਕ ਕਰਦੀ ਹੈ ਕੰਟਰੋਲ ਕਰਦੀ ਹੈ ਉਹ ਹੈ ਐਡਰੀਨਲਿਨ ਐਂਡ ਇਟ ਇਜ਼ ਟਾਈਪ ਆਫ ਨਿਊਰੋਟ੍ਰਾਂਸਮਿਟਰਸ ਕੀ ਹੁੰਦੇ ਨੇ ਕਿੱਥੇ ਵਰਕ ਕਰਦੇ ਨੇ ਅਸੀਂ ਇਸੀ ਚੈਪਟਰ 'ਚ ਥੋੜ੍ਹਾ ਲੇਟਰ ਔਨ ਸਟੱਡੀ ਕਰਾਂਗੇ ਪੈਰਾਸਿੰਪੈਥੈਟਿਕ ਨਰਵਸ ਸਿਸਟਮ ਨੋਰਮਲ ਕੰਡੀਸ਼ਨ 'ਚ ਕੰਮ ਕਰਦਾ ਠੀਕ ਹੈ ਔਰ ਇਹਦੇ ਲਈ ਜਿਹੜਾ ਨਿਊਰੋਟ੍ਰਾਂਸਮਿਟਰ ਹੈ ਉਹ ਐਸੀਟਾਈਲ ਕੋਲਾਈਨ ਹੈ ਇਹਦੇ ਲਈ ਐਡਰੀਨਲਾਈਨ ਇਹਦੇ ਲਈ ਐਸੀਟਾਈਲ ਕੋਲਾਈਨ ਠੀਕ ਹੈ ਉਸ ਤੋਂ ਬਾਅਦ ਇਹ ਜਿਹੜੇ ਦੋਨੋਂ ਸਿਸਟਮ ਨੇ ਸਿੰਪੈਥੈਟਿਕ ਐਂਡ ਪੈਰਾਸਿੰਪੈਥੈਟਿਕ ਇਹ ਦੋਨੋਂ ਇੱਕ ਦੂਜੇ ਦੇ ਅਗੇਂਸਟ ਕੰਮ ਕਰਦੇ ਆ ਸਪੋਜ਼ ਅਗਰ ਦੇਖੋ ਮੈਂ ਤੁਹਾਨੂੰ ਹੁਣੇ ਕਿਹਾ ਤੁਸੀਂ ਡੌਗ ਦੇਖਿਆ ਤੁਹਾਨੂੰ ਡਰ ਲੱਗਣ ਲੱਗ ਗਿਆ ਤੁਸੀਂ ਦੇਖੋ ਜਦੋਂ ਤੁਹਾਨੂੰ ਬਹੁਤ ਡਰ ਲੱਗਦਾ ਤੁਹਾਡੀ ਹਾਰਟ ਬੀਟ ਫਾਸਟ ਹੋ ਜਾਂਦੀ ਹੈ ਤੁਹਾਨੂੰ ਸੁਣਾਈ ਦੇਣ ਲੱਗ ਜਾਂਦੀ ਤੁਹਾਡੀ ਹਾਰਟ ਬੀਟ ਦੈਟ ਮੀਨਸ ਉਸ ਸਮੇਂ 'ਤੇ ਇਹ ਵਾਲੀ ਨਿਊਰੋਟ੍ਰਾਂਸਮਿਟਰ ਕੰਮ ਕਰ ਰਿਹਾ ਐਡਰੀਨਲਿਨ ਰਾਈਟ ਅਤੇ ਹਾਰਟ ਬੀਟ ਨੂੰ ਨੋਰਮਲ ਹੁਣ ਠੀਕ ਹੈ ਹੁਣ ਕੰਡੀਸ਼ਨ ਹੋ ਗਈ ਡੌਗ ਚਲਾ ਗਿਆ ਤੁਸੀਂ ਨੋਰਮਲ ਆਉਣਾ ਤਾਂ ਹਾਰਟ ਬੀਟ ਨੂੰ ਨੋਰਮਲ ਲਿਆਉਣ ਲਈ ਫਿਰ ਇਹ ਵਾਲਾ ਨਿਊਰੋਟ੍ਰਾਂਸਮਿਟਰ ਕੰਮ ਕਰੇਗਾ ਐਸੀਟਾਈਲ ਕੋਲਾਈਨ ਰਾਈਟ ਸੋ ਬੋਥ ਦੀਜ਼ ਨਰਵਸ ਸਿਸਟਮਸ ਦੇ ਵਰਕ ਅਗੇਂਸਟ ਈਚ ਅਦਰ ਰਾਈਟ ਸੋ ਅਸੀਂ ਫਰਦਰ ਆਪਣੇ ਇੰਪੋਰਟੈਂਟ ਇੱਕ ਟੌਪਿਕ ਵੱਲ ਵਧੀਏ ਨਿਊਰੋਨ ਦੇ ਸਟਰਕਚਰ ਵੱਲ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇੱਕ ਬਸ ਸ਼ਾਰਟ ਜਿਹਾ ਇੱਕ ਟੌਪਿਕ ਹੈ ਦੋ ਟਰਮੀਨੋਲੋਜੀਜ਼ ਨੇ ਤੁਹਾਨੂੰ ਕਲੀਅਰ ਕਰਾਉਣੀ ਹੈ ਗ੍ਰੇ ਮੈਟਰ ਵਾਈਟ ਮੈਟਰ ਗ੍ਰੇ ਮੈਟਰ ਕੀ ਹੁੰਦਾ ਤੁਹਾਡੀ ਜਿਹੜੀ ਨਿਊਰੋਨ ਹੈ ਹੁਣੇ ਮੈਂ ਨਿਊਰੋਨ ਦਾ ਬਸ ਇਸ ਟੌਪਿਕ ਤੋਂ ਜਸਟ ਬਾਅਦ ਆਪਾਂ ਨਿਊਰੋਨ ਦਾ ਸਟਰਕਚਰ ਡਿਸਕਸ ਕਰਨ ਜਾ ਰਹੇ ਉਹਦੇ 'ਚ ਸੈੱਲ ਬੋਡੀ ਹੁੰਦੀ ਹੈ ਪਲੱਸ ਨੋਨ ਮਾਈਲੀਨੇਟਿਡ ਪਾਰਟ ਆਫ ਨਿਊਰੋਨ ਕੀ ਹੁੰਦਾ ਆਪਾਂ ਹੁਣੇ ਕਰਾਂਗੇ ਵਾਈਟ ਮੈਟਰ 'ਚ ਮਾਈਲੀਨੇਟਿਡ ਪਾਰਟ ਆਫ ਨਿਊਰੋਨ ਆਉਂਦਾ ਕੀ ਹੁੰਦਾ ਆਪਾਂ ਜਸਟ ਇਸ ਟੌਪਿਕ ਤੋਂ ਬਾਅਦ ਡਿਸਕਸ ਕਰਨ ਜਾ ਰਹੇ ਹਾਂ ਸੋ ਗ੍ਰੇ ਮੈਟਰ ਹੀ ਹੈ ਤੁਹਾਡੇ ਬ੍ਰੇਨ ਦਾ ਜਿਹੜਾ ਮੇਨ ਫੰਕਸ਼ਨਸ ਲਈ ਰਿਸਪੋਂਸੀਬਲ ਹੈ ਹੁਣ ਇਹ ਸੈੱਲ ਬੋਡੀ ਕੀ ਹੈ ਨੋਨ ਮਾਈਲੀਨੇਟਿਡ ਪਾਰਟ ਆਫ ਨਿਊਰੋਨ ਕੀ ਹੈ ਮਾਈਲੀਨੇਟਿਡ ਪਾਰਟ ਕੀ ਹੁਣ ਅਸੀਂ ਡਿਸਕਸ ਕਰਾਂਗੇ ਰਾਈਟ ਸੋ ਹੁਣ ਅਸੀਂ ਆਪਣਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਦੈਟ ਇਜ਼ ਸਟਰਕਚਰ ਆਫ ਅ ਸਿੰਗਲ ਨਿਊਰੋਨ ਤੁਹਾਡਾ ਨਰਵਸ ਸਿਸਟਮ ਇਹਨਾਂ ਨਿਊਰੋਨਸ ਦਾ ਹੀ ਬਣਿਆ ਸੋ ਇਹ ਨਿਊਰੋਨਸ ਕੀ ਹੁੰਦੇ ਨੇ ਇੱਕ ਸਿੰਗਲ ਨਿਊਰੋਨ ਦੇ ਵਿੱਚ ਕੀ ਪਾਰਟ ਹੁੰਦੇ ਨੇ ਉਹ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਟੌਪਿਕ ਦੈਟ ਇਜ਼ ਨਿਊਰੋਨ ਐਕਚੁਅਲੀ ਵਾਟ ਇਜ਼ ਦਿਸ ਨਿਊਰੋਨ ਹੈ ਕੀ ਹੈ ਨਿਊਰੋਨ ਇੱਕ ਮਾਈਕਰੋਸਕੋਪਿਕ ਬਹੁਤ ਹੀ ਛੋਟਾ ਸਟਰਕਚਰ ਹੈ ਜਿਹਦੇ ਵਿੱਚ ਮੇਨ 3 ਪਾਰਟਸ ਨੇ ਇੱਕ ਤੁਹਾਨੂੰ ਇਹ ਮੇਜਰ ਪਾਰਟ ਵੱਡਾ ਸਾਰਾ ਦਿਖਾਈ ਦੇ ਰਿਹਾ ਇਟ ਇਜ਼ ਸੈੱਲ ਬੋਡੀ ਰਾਈਟ ਉਸ ਤੋਂ ਬਾਅਦ ਇਹਦੇ ਤੋਂ ਇੱਕ ਐਕਸਟੈਂਸ਼ਨ ਇੱਕ ਜਿਹੜੀ ਚੀਜ਼ ਨਿਕਲ ਰਹੀ ਉਹ ਤਾਂ ਲੰਬੀ ਸਾਰੀ ਹੈ ਦੇਖੋ ਜਿਹੜੀ ਇਹ ਸੈਂਟਰ ਦੇ ਵਿੱਚ ਹੈ ਹੇਅਰ ਸੀ ਦਿਸ ਇਜ਼ ਕਾਲਡ ਐਜ਼ ਐਗਜ਼ੋਨ ਆ ਦੇਖੋ ਸਿੰਗਲ ਵਾਲਾ ਐਗਜ਼ੋਨ ਲੰਬਾ ਵਾਲਾ ਠੀਕ ਹੈ ਆ ਇਹਦੇ ਬਾਹਰ ਕੀ ਆਪਾਂ ਹੁਣੇ ਡਿਸਕਸ ਕਰਦੇ ਹਾਂ ਸੈੱਲ ਬੋਡੀ ਤੋਂ ਇੱਕ ਤਾਂ ਜਿਹੜੀ ਹੈ ਪ੍ਰੋਜੈਕਸ਼ਨ ਨਿਕਲ ਰਹੀ ਹੈ ਦੈਟ ਇਜ਼ ਐਗਜ਼ੋਨ ਅਤੇ ਕੁਛ ਛੋਟੀਆਂ ਛੋਟੀਆਂ ਕਿੰਨੀਆਂ ਸਾਰੀਆਂ ਨਿਕਲ ਰਹੀਆਂ ਨੇ ਪ੍ਰੋਜੈਕਸ਼ਨ ਦੀਜ਼ ਆਰ ਦ ਡੈਂਡਰਾਈਟਸ ਤਾਂ 3 ਮੇਨ ਪਾਰਟ ਅਸੀਂ ਸਟੱਡੀ ਕੀਤੇ ਸੈੱਲ ਬੋਡੀ ਲੰਬਾ ਵਾਲੀ ਪ੍ਰੋਜੈਕਸ਼ਨ ਐਗਜ਼ਨ ਅਤੇ ਸ਼ਾਰਟ ਵਾਲੀਆਂ ਕਿੰਨੀਆਂ ਸਾਰੀਆਂ ਪ੍ਰੋਜੈਕਸ਼ਨਸ ਦੀਜ਼ ਆਰ ਦ ਡੈਂਡਰਾਈਟਸ ਰਾਈਟ ਜਿਹੜੀ ਸੈੱਲ ਬੋਡੀ ਹੈ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਇਹਦੇ ਵਿੱਚ ਸਾਈਟੋਪਲੈਜ਼ਮ ਹੁੰਦਾ
ਦੈਨ ਇਹਦੇ ਵਿੱਚ ਤੁਸੀਂ ਦੇਖੋ ਇੱਕ ਨਿਊਕਲੀਅਸ ਵੀ ਪ੍ਰੈਜ਼ੈਂਟ ਹੈ ਐਂਡ ਇਹਦੇ ਵਿੱਚ ਕੁਝ ਗ੍ਰੈਨੂਲਸ ਹੁੰਦੇ ਨੇ ਜਿਹੜੇ ਮੈਂ ਥੋੜਾ ਡਾਰਕਰ ਡਾਟਸ ਨਾਲ ਬਣਾਏ ਨੇ ਥੀਸ ਗ੍ਰੈਨੂਲਸ ਆਰ ਕਾਲਡ ਐਜ਼ ਨਿਸੈਲ ਗ੍ਰੈਨੂਲਸ these granules are called as nicelle granules right so ਜਿਹੜੇ ਆਹ ਡੈਂਡਰਾਈਟਸ ਨਿਕਲ ਰਹੇ ਨੇ ਉੱਪਰ ਵੱਲ ਨੂੰ ਇਹਨਾਂ 'ਚ ਵੀ ਤੁਸੀਂ ਧਿਆਨ ਨਾਲ ਦੇਖੋ ਤਾਂ nicelle granules present ਨੇ means cell body ਦੇ ਵਿੱਚ present ਨੇ and also in the dendrites these nicelle granules are present so ਅਸੀਂ ਮੋٹے ਚਾਰ ਸਟਰਕਚਰਸ ਡਿਸਕਸ ਕਰ ਲਏ cell body axon dendrites and nicelle granules ਨੈਕਸਟ ਜਿਹੜੀ ਤੁਹਾਨੂੰ ਚੀਜ਼ ਦੇਖਣ ਨੂੰ ਮਿਲੇਗੀ ਜਿਹੜਾ ਐਗਜ਼ੋਨ ਹੈ ਜਿਹੜਾ ਲੰਬਾ ਸਾਰਾ ਉਹ ਫਾਈਬਰ ਹੈ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਇਹ ਫਾਈਬਰ ਜਿੱਥੇ ਜਾ ਕੇ ਖ਼ਤਮ ਹੁੰਦਾ ਹੈ ਜਿੱਥੇ ਜਾ ਕੇ ਫਾਈਬਰ ਖ਼ਤਮ ਹੋਏ ਪਹਿਲਾਂ ਤਾਂ ਬ੍ਰਾਂਚਿਸ ਆਈਆਂ ਕੁਝ ਫਿਰ ਤੁਸੀਂ ਇਹ ਨੀਚੇ ਦੇਖੋ ਇੱਕ ਬਲਬ ਲਾਈਕ ਸਟਰਕਚਰ ਤੁਹਾਨੂੰ ਦਿਖਾਈ ਦੇ ਰਿਹਾ ਦਿਸ ਬਲਬ ਲਾਈਕ ਸਟਰਕਚਰ ਇਜ਼ ਕਾਲਡ ਐਜ਼ ਸਾਈਨੈਪਟਿਕ ਨੋਬ this bulb like structure is called as synaptic knob right and ਇਹ ਜਿਹੜੀ synaptic knob ਹੈ very important ਹੈ because ਇਹਦੇ ਵਿੱਚ ਇੱਕ substance ਹੈ ਇੱਕ chemical ਹੈ which is called as neurotransmitter ਔਰ neurotransmitter ਬਹੁਤ ਜ਼ਰੂਰੀ ਹੈ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਸਿਗਨਲ ਜਿਹੜੀ ਨਰਵ ਇੰਪਲਸ ਆਉਂਦੀ ਉਹਨੂੰ ਟ੍ਰਾਂਸਫਰ ਕਰਨ ਲਈ ਹੈਲਪ ਕਰਦੇ neurotransmitter and they are present here in synaptic knobs right ਨੈਕਸਟ ਜਿਹੜਾ ਐਗਜ਼ੋਨ ਹੈ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਐਗਜ਼ੋਨ ਦੇ ਵਿੱਚ ਇੱਕ ਹੋਰ ਸਟਰਕਚਰ ਮੈਨੂੰ ਦਿਖਾਈ ਦੇ ਰਿਹਾ ਹੈ ਐਗਜ਼ੋਨ ਦੇ ਬਾਹਰ ਤੁਹਾਨੂੰ ਇੱਕ ਕਵਰਿੰਗ ਦਿਖਾਈ ਦੇ ਰਹੀ ਹੈ ਪਹਿਲਾਂ ਤਾਂ ਅਸੀਂ ਇਹ ਡਿਸਕਸ ਕਰਾਂਗੇ ਕਿ ਜਿਹੜਾ ਕਈ ਐਸੇ ਐਗਜ਼ੋਨਸ ਹੁੰਦੇ ਨੇ ਐਗਜ਼ਨ ਹੁੰਦੇ ਨੇ ਜਿਨ੍ਹਾਂ ਦੇ ਬਾਹਰ ਤੁਸੀਂ ਇਹ ਦੇਖੋ ਤੁਹਾਨੂੰ ਇਹ ਕਵਰਿੰਗ ਦਿਖਾਈ ਦੇ ਰਹੀ ਹੈ ਦਿਸ ਕਵਰਿੰਗ ਦਿਸ ਇਜ਼ ਕਾਲਡ ਐਜ਼ ਮਾਈਲਿਨ ਸ਼ੀਥ ਇੱਥੇ ਨਾ ਐਕਚੁਅਲੀ ਕੁਝ ਸੈਲਸ ਹੁੰਦੇ ਨੇ ਸਕੁਐਨ ਸੈਲਸ ਥੀਸ ਸਕੁਐਨ ਸੈਲਸ ਜਿਹੜੇ ਨੇ ਉਹ ਇਹ ਮਾਈਲਿਨ ਸ਼ੀਥ ਨੂੰ ਜਨਰੇਟ ਕਰਦੇ ਨੇ ਰਾਈਟ ਅਤੇ ਕਈ ਜਿਹੜੇ ਐਸੇ ਐਗਜ਼ੋਨਸ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਇਹ ਮਾਈਲਿਨ ਸ਼ੀਥ ਨਹੀਂ ਹੁੰਦੀ ਇਸੇ ਕਰਕੇ ਐਗਜ਼ੋਨ ਦੋ ਕੈਟੇਗਰੀ 'ਚ ਅਸੀਂ ਡਿਵਾਈਡ ਕਰਦੇ ਹਾਂ ਮਾਈਲਿਨੇਟਡ ਨੋਨ ਮਾਈਲਿਨੇਟਡ ਮੀਨਸ ਉਹਦੇ ਐਗਜ਼ੋਨ ਦੇ ਬਾਹਰ ਇਹ ਮਾਈਲਿਨ ਸ਼ੀਥ ਹੈ ਜੇ ਨਹੀਂ ਹੈ ਇਟ ਇਜ਼ ਨੋਟ ਮਾਈਲਿਨੇਟਡ ਐਕਚੁਅਲੀ ਥੀਸ ਮਾਈਲਿਨ ਸ਼ੀਥ ਇਜ਼ ਸੈਕਰੀਟਡ ਬਾਈ ਥੀਸ ਸੈਲਸ ਆ ਦਿਖ ਰਿਹਾ ਤੁਹਾਨੂੰ ਡਾਰਕ ਬਲੈਕ ਥੀਸ ਆਰ ਸਕੁਐਨ ਸੈਲਸ ਇਹ ਸੈਕਰੀਟ ਕਰਦੇ ਆ ਠੀਕ ਹੈ ਉਸ ਤੋਂ ਇੱਕ ਇੰਪੋਰਟੈਂਟ ਗੱਲ ਕਿ ਜਿਹੜੀ ਮਾਈਲਿਨ ਸ਼ੀਥ ਹੈ ਔਰ ਉਹਦੇ ਵਿੱਚ ਜਿਹੜਾ ਗੈਪ ਹੈ ਇਹ ਜਿਹੜੀ ਸਪੇਸ ਹੈ ਦੋ ਮਾਈਲਿਨ ਸ਼ੀਥ ਦੇ ਵਿੱਚ ਜਿਹੜਾ ਗੈਪ ਹੈ ਜਿੱਥੇ ਮਾਈਲਿਨ ਸ਼ੀਥ ਨਹੀਂ ਪ੍ਰੈਜ਼ੈਂਟ ਗੈਪ ਨੂੰ ਅਸੀਂ ਬੋਲਦੇ ਹਾਂ ਨੋਡਸ ਆਫ ਰੈਨੇਵੇਅਰ ਕੀ ਬੋਲਦੇ ਹਾਂ ਨੋਡਸ ਆਫ ਰੈਨੇਵੇਅਰ ਰਾਈਟ ਕਲੀਅਰ ਹੋ ਗਿਆ ਵੈਸੇ ਤੁਹਾਡੀ ਨੌਲੇਜ ਲਈ ਦੱਸ ਦਿੰਦੀ ਜਿਹੜੀਆਂ ਮਾਈਲਿਨੇਟਡ ਸ਼ੀਥ ਵਾਲੇ ਨਰਵ ਫਾਈਬਰਸ ਨੇ ਇਹ ਤੁਹਾਡੀ ਬ੍ਰੇਨ ਅਤੇ ਸਪਾਈਨਲ ਕਾਰਡ ਵਾਲੀਆਂ ਨਰਵਸ 'ਚ ਮਿਲਣਗੇ ਅਤੇ ਅਨਮਾਈਲਿਨੇਟਡ ਜਿਹੜੇ ਹੈਗੇ ਨੇ ਉਹ ਬਾਕੀ ਔਰਗਨਸ 'ਚ ਮਿਲਦੇ ਆ ਠੀਕ ਹੈ ਜੀ ਬੇਸਿਕਲੀ ਅਸੀਂ ਨਿਊਰੋਨ ਦੇ ਸਟਰਕਚਰ ਦੇ ਵਿੱਚ ਕੀ ਡਿਸਕਸ ਕੀਤਾ ਹੈ ਅਸੀਂ ਨਿਊਰੋਨ ਦੇ ਸਟਰਕਚਰ 'ਚ ਡਿਸਕਸ ਕੀਤਾ ਸੈੱਲ ਬੋਡੀ ਐਗਜ਼ੋਨ ਡੈਂਡਰਾਈਟਸ ਨਿਸੈਲ ਗ੍ਰੈਨੂਲਸ ਜਿਹੜੇ ਸੈੱਲ ਬੋਡੀ 'ਚ ਵੀ ਪ੍ਰੈਜ਼ੈਂਟ ਨੇ ਅਤੇ ਡੈਂਡਰਾਈਟਸ ਵਿੱਚ ਵੀ ਪ੍ਰੈਜ਼ੈਂਟ ਨੇ ਐਗਜ਼ੋਨ ਦੇ ਬਾਹਰ ਇੱਕ ਕਵਰਿੰਗ ਹੈ ਵਿਚ ਇਜ਼ ਕਾਲਡ ਐਜ਼ ਮਾਈਲਿਨ ਸ਼ੀਥ ਇਟ ਇਜ਼ ਸੈਕਰੀਟਡ ਬਾਏ ਸਕੁਐਨ ਸੈਲਸ ਕਈ ਐਗਜ਼ੋਨ ਦੇ ਬਾਹਰ ਮਾਈਲਿਨ ਸ਼ੀਥ ਨਹੀਂ ਹੁੰਦੀ ਅਨਮਾਈਲਿਨੇਟਡ ਨਰਵ ਫਾਈਬਰ ਜਿਨ੍ਹਾਂ ਦੇ ਨੋਨ ਮਾਈਲਿਨੇਟਡ ਨਰਵ ਫਾਈਬਰ ਜਿਨ੍ਹਾਂ ਦੇ ਬਾਹਰ ਮਾਈਲਿਨ ਸ਼ੀਥ ਹੁੰਦੀ ਹੈ ਦੇ ਆਰ ਮਾਈਲਿਨੇਟਡ ਨਰਵ ਫਾਈਬਰਸ ਜਿੱਥੇ ਐਗਜ਼ੋਨ ਫਿਨਿਸ਼ ਹੁੰਦਾ ਹੈ ਬ੍ਰਾਂਚਿਸ ਨੇ ਉਸ ਤੋਂ ਬਾਅਦ ਕੁਝ ਗੋਲ ਤੁਸੀਂ ਬਲਬ ਲਾਈਕ ਸਟਰਕਚਰ ਦੇਖ ਰਹੇ ਹੋ ਐਟ ਦ ਐਂਡ ਦੇ ਆਰ ਕਾਲਡ ਐਜ਼ ਸਾਈਨੈਪਟਿਕ ਨੋਬਸ ਐਂਡ ਮਾਈਲਿਨ ਸ਼ੀਥ ਦੋ ਮਾਈਲਿਨ ਸ਼ੀਥ ਦੇ ਵਿੱਚ ਜਿਹੜਾ ਗੈਪ ਹੈ ਇਟ ਇਜ਼ ਕਾਲਡ ਐਜ਼ ਨੋਡ ਆਫ ਰੈਨੇਵੇਅਰ ਸੋ ਦਿਸ ਇਜ਼ ਦਾ ਡਾਇਗ੍ਰਾਮ ਆਫ ਸਿੰਗਲ ਨਿਊਰੋਨ ਸੋ ਇੱਦਾਂ ਦੇ ਕਾਫੀ ਸਾਰੇ ਨਿਊਰੋਨ ਮਿਲ ਕੇ ਤੁਹਾਡਾ ਨਰਵਸ ਸਿਸਟਮ ਬਣਾਉਂਦੇ ਆ ਇਸ ਤੋਂ ਬਾਅਦ ਇੱਕ ਹੋਰ ਟੌਪਿਕ ਹੈ ਛੋਟਾ ਜਿਹਾ ਕਿ ਜਿਹੜੇ ਇਹ ਐਗਜ਼ੋਨਸ ਨੇ ਯੂ ਕੈਨ ਸੀ ਹੇਅਰ ਜਿਹੜਾ ਐਗਜ਼ੋਨ ਹੈ ਬੇਸਿਕਲੀ ਐਗਜ਼ੋਨ ਦੀਆਂ ਕੁਛ ਟਾਈਪਸ ਹੁੰਦੀਆਂ ਨੇ ਜਾਂ ਤੁਸੀਂ ਐਂ ਕਹਿ ਕੇ ਚੱਲੋ ਨਿਊਰੋਨ ਦੀਆਂ ਟਾਈਪ ਨੇ ਇਹ ਟਾਈਪ ਆਫ ਦੀਜ਼ ਨਿਊਰੋਨ ਤਿੰਨ ਤਰ੍ਹਾਂ ਦਾ ਹੁੰਦਾ ਤਿੰਨ ਕਿ ਉਸ ਤੋਂ ਵੱਧ ਵੀ ਹੋ ਸਕਦਾ ਮਲਟੀਪੋਲਰ ਬਾਈਪੋਲਰ ਅਤੇ ਯੂਨੀਪੋਲਰ ਮਲਟੀਪੋਲਰ ਐਗਜ਼ੋਨ ਅਸੀਂ ਨਿਊਰੋਨ ਉਹਨੂੰ ਕਹਿੰਦੇ ਹਾਂ ਜਿਹਦੇ 'ਚ ਇੱਕ ਐਗਜ਼ੋਨ ਹੋਵੇ ਜਿਵੇਂ ਹੁਣ ਇਹਦੇ ਵਿੱਚ ਇੱਕ ਐਗਜ਼ੋਨ ਹੈ ਅਤੇ ਇੱਕ ਤੋਂ ਵੱਧ ਧਿਆਨ ਨਾਲ ਦੇਖੋ ਕਿੰਨੇ ਸਾਰੇ ਕੀ ਨੇ ਡੈਂਡਰਾਈਟਸ ਵਨ ਐਗਜ਼ੋਨ ਐਂਡ ਟੂ ਔਰ ਮੋਰ ਡੈਂਡਰਾਈਟਸ ਜਿਹਦੇ ਵਿੱਚ ਪ੍ਰੈਜ਼ੈਂਟ ਨੇ ਜਾਂ ਜੋ ਇਸ ਕੰਡੀਸ਼ਨ ਨੂੰ ਅਸੀਂ ਮਲਟੀਪੋਲਰ ਨਿਊਰੋਨ ਕਹਿੰਦੇ ਹਾਂ ਫਿਰ ਸਾਡੇ ਕੋਲ ਆਉਂਦਾ ਬਾਈਪੋਲਰ ਜਿਹਦੇ 'ਚ ਇੱਕ ਐਗਜ਼ੋਨ ਹੋਵੇ ਇੱਕੋ ਹੀ ਡੈਂਡਰਾਈਟ ਹੋਵੇ
दैट इज़ बाईपोलर। यूनीपोलर का जे मैं जिक्र करा तो वो कला एक्सोन होएगा, डेंड्राइट्स नहीं होणगे, दैट इज़ यूनीपोलर। सो बेसिकली साडे जिहड़े न्यूरॉन्स ने मल्टीपोलर होंगे, ठीक है जी। सो दिस इज़ द स्ट्रक्चर ऑफ अ सिंगल न्यूरॉन, राइट। सो यहो जे किन्ने सारे न्यूरॉन्स मिलके साडा नर्वस सिस्टम बनाते हैं। सो इन आवर नेक्स्ट वीडियो, अपकमिंग वीडियो, we will discuss very important topic, that is generation and conduction of nerve impulse.